Now, let's move on to third passage. Cambridge 1, passage 3, architecture, reaching for sky. बड़ा सौखा, ज़्यादा टाइम नहीं लगना ਇਹਦੇ ਉੱਤੇ. We'll quickly go through this thing. ਫਿਲਪਸ ਹੀ ਦੇਖਦੇ ਹਾਂ ਪਹਿਲਾਂ, ਉੱਥੇ ਸ਼ੁਰੂ ਹੋਣਾ. ਨੰਬਰ 29 ਆ ਗਿਆ. ਇਹਦਾ ਆਨਸਰ ਆ ਜਾਣਾ ਟਿੰਬਰ ਐਂਡ ਸਟੋਨ. ਟਿੰਬਰ ਐਂਡ ਸਟੋਨ, ਉਹ ਉੱਥੇ ਆਪਾਂ ਮੈਂ ਤੁਹਾਨੂੰ ਦੱਸਦਾ ਟਿੰਬਰ ਐਂਡ ਸਟੋਨ. ਹੁਣ ਇਸ ਜਿਹੜੀ ਲੋਕੇਸ਼ਨ ਹੈ ਨੰਬਰ 29 ਦੀ ਆ ਗਿਆ ਵੀ 18ਵੀਂ ਸਦੀ ਤੋਂ ਪਹਿਲਾਂ ਕੀ ਹੁੰਦਾ ਸੀ, ਟ੍ਰੈਡੀਸ਼ਨਲ ਸਟਾਈਲ ਦੇ ਘਰ ਹੁੰਦੇ ਸੀਗੇ, ਟਿੰਬਰ ਤੇ ਸਟੋਨ ਦੇ ਬਣਦੇ ਸੀਗੇ. ਇਹ ਚੀਜ਼ ਆਪਣੀ ਇੱਧਰੋਂ ਐਂ ਨਿਕਲ ਆਉਣੀ ਹੈ. ਦੇਖੋ ਥੋੜਾ ਲੰਬਾ ਪੜ੍ਹਨਾ ਪੈਣਾ. ਦ ਯੂਜ਼ ਆਫ ਐਨ ਆਰਕੀਟੈਕਚਰਲ ਸਟਾਈਲ ਵੀ ਕਿਸ ਕਿਸਮ ਦੇ ਘਰ ਬਣਨਗੇ ਕੈਨੋਟ ਬੀ ਸੈਡ ਟੂ ਸਟਾਰਟ ਔਰ ਫਿਨਿਸ਼ ਔਨ ਅ ਸਪੈਸੀਫਿਕ ਡੇਟ. ਕੋਈ ਗਿਵਨ ਡੇਟ ਨਹੀਂ ਹੁੰਦੀ. ਜਿਵੇਂ ਹੁਣ ਦੇਖਿਆ ਹੁਣ ਪੰਜਾਬ 'ਚ ਦੁਬਾਰਾ ਟ੍ਰੈਡੀਸ਼ਨਲ ਸਟਾਈਲ ਦੇ ਘਰ ਬਣ ਲੱਗ ਪਏ, ਪਰ ਇਹਦੀ ਕੋਈ ਸਪੈਸੀਫਿਕ ਡੇਟ ਨਹੀਂ ਆਖੂਗੀ ਵੀ ਅੱਜ 1 ਜਨਵਰੀ 2020 ਤੋਂ ਬਣ ਲੱਗੇ. ਉਹ ਆਪਾਂ ਮੋਟਾ ਮੋਟਾ ਆ ਸਕਦੇ ਹਾਂ ਵੀ 2021-22 ਤੋਂ ਬਾਅਦ ਦੁਬਾਰਾ ਉਵੇਂ ਬਣ ਲੱਗ ਪਏ. ਨੀਦਰ ਇਜ਼ ਇਟ ਪੋਸੀਬਲ ਟੂ ਸੇ ਐਗਜ਼ੈਕਟਲੀ ਵਟ ਕਰੈਕਟਰਾਈਜ਼ਸ ਅ ਪਰਟੀਕੂਲਰ ਮੂਵਮੈਂਟ. ਵੀ ਨਾ ਹੀ ਇਹ ਕੋਈ ਸੌਖਾ ਇਹ ਆਖਣਾ ਵੀ ਇੱਕ ਜੋ ਕਿ ਆਰਕੀਟੈਕਚਰਲ ਮੂਵਮੈਂਟ ਹੈ ਵੀ ਕਿਸੇ ਕਿਸਮ ਦੇ ਘਰ ਬਣਦੇ, ਉਹਦੇ ਕਰੈਕਟਰਿਸਟਿਕਸ ਕੀ ਹੈ, ਉਸਦੇ ਐਟਰੀਬਿਊਟਸ ਕੀ ਹੈ, ਉਸਦੇ ਪੱਖ ਤੇ ਕੀ ਪਹਿਲੂ ਆ, ਉਹਦੇ ਕੀ ਉਹਦੇ ਨਾਲ ਪ੍ਰੋਪਰਟੀਜ਼ ਆ, ਕੀ ਫੀਚਰਸ ਆ, ਇਹ ਸਾਰਾ ਕੁਝ ਦੱਸਣਾ ਬੜਾ ਔਖਾ. ਸਪੈਸੀਫਿਕ ਡੇਟ ਵੀ ਤੇ ਸਪੈਸੀਫਿਕ ਫੀਚਰਸ ਵੀ, ਐਗਜ਼ੈਕਟ ਡੇਟ ਵੀ ਐਗਜ਼ੈਕਟ ਫੀਚਰ ਵੀ. ਬਟ ਦ ਓਰੀਜਨਸ ਆਫ what is now generally known as modern architecture can be traced back to social and technological changes in 18th and 19th century. So ਜਿਹੜਾ modern architecture ਹੈ, ਜੋ ਇਸ ਦਾ ਜੋ origin ਹੈ, ਇਸ ਦੀ ਜੋ ਸ਼ੁਰੂਆਤ ਹੈ, it can be traced back to, ਯਾਨੀ ਕਿ it goes back to, ਇਹ ਕਿੱਥੇ ਜਾਂਦੀ ਹੈ, ਸ਼ੁਰੂਆਤ ਇਹਦੀ ਕਿੱਥੋਂ ਹੁੰਦੀ, ਇਹਦੀ ਜੜ੍ਹਾਂ, ਇਹਦਾ ਜੈਨੇਸਿਸ, ਇਹਦਾ ਜਨਮ ਹੈਗਾ 18th ਤੇ 19th century. ਯਾਨੀ ਕਿ ਉਸ ਤੋਂ ਪਹਿਲਾਂ ਕੀ ਸੀਗਾ, ਬਿਫੋਰ 18th century ਕੀ ਸੀਗਾ, ਉਹ ਚੀਜ਼ ਇੱਥੇ ਆਈ ਨਹੀਂ ਹੈ. Instead of using timber, stone and traditional building techniques, architects began to explore ways of creating building using latest technology. So the modern जो style आया, जो 18th ਤੇ 19th वाला style आया, ਉਸ ਦੇ ਵਿੱਚ ਇਹਨਾਂ ਨੇ ਕੀ ਕੀਤਾ, instead of using timber, stone and traditional building techniques, ਯਾਨੀ ਕਿ ਇਸ ਤੋਂ ਪਹਿਲਾਂ ਕੀ ਵਰਤਿਆ ਜਾ ਰਿਹਾ ਸੀਗਾ, ਟਿੰਬਰ ਐਂਡ ਸਟੋਨ. ਉਹੀ ਚੀਜ਼ ਉੱਥੇ ਆ ਗਈ ਵੀ ਮਾਡਰਨ 18ਵੀਂ-19ਵੀਂ ਸਦੀ ਤੋਂ ਬਾਅਦ ਸ਼ੁਰੂ ਹੋਇਆ. ਉਦੋਂ ਇਹ ਨਵੀਆਂ ਚੀਜ਼ਾਂ ਨਾਲ ਐਕਸਪੈਰੀਮੈਂਟ ਕਰਨ ਲੱਗ ਪਏ. ਪਹਿਲਾਂ ਕੀ ਬਣਾਉਂਦੇ ਸੀਗੇ, ਟਿੰਬਰ ਐਂਡ ਸਟੋਨ, ਬਿਫੋਰ 18th century, ਕਿਉਂਕਿ 18th ਤੇ 19th 'ਚ ਮਾਡਰਨ ਸ਼ੁਰੂ ਹੋਇਆ. ਉਸ ਤੋਂ ਬਾਅਦ ਜਿਹੜਾ ਨੰਬਰ 30 ਆ ਗਿਆ, ਇਹਦਾ ਆ ਜਾਊਗਾ ਇੰਟਰੋਡਕਸ਼ਨ ਆਫ ਮਾਡਰਨਿਜ਼ਮ. ਇੰਟਰੋਡਕਸ਼ਨ ਆਫ ਮਾਡਰਨਿਜ਼ਮ, ਬਿਲਡਿੰਗ ਮਟੀਰੀਅਲ ਹੋ ਗਿਆ ਸਟੀਲ, ਗਲਾਸ ਐਂਡ ਕੰਕਰੀਟ. ਐਕਸਪਲੋਰੇਸ਼ਨ ਆਫ ਲੇਟੈਸਟ ਟੈਕਨੋਲੋਜੀ, ਨਵੀਂ ਨਵੀਂ ਟੈਕਨੋਲੋਜੀ ਐਕਸਪਲੋਰ ਕਰਦੇ ਸੀ ਵੀ ਇਹਨੂੰ ਹੋਰ ਕਿਵੇਂ ਵਰਤ ਸਕਦੇ ਹਾਂ. ਬੜਾ ਸਿੰਪਲ ਆ. ਲੋਕੇਸ਼ਨ ਆਪਾਂ 1920 ਦੇ ਹਿਸਾਬ ਨਾਲ ਆਪਾਂ ਇਸ ਤੇ ਚਲੇ ਜਾਵਾਂਗੇ. 3rd 4th ਪੈਰਾਗ੍ਰਾਫ 'ਚ ਆ ਜਾਣਾ. ਆ ਦੇਖੋ, ਬਾਈ 1920s architects were reacting against conditions created by industrialization. reacting against ਵੀ ਰਿਸਪੌਂਡ ਦੇ ਰਹੇ ਸੀਗੇ ਵੀ ਜੋ ਇੰਡਸਟਰੀਅਲਾਈਜੇਸ਼ਨ ਕਰਕੇ ਹਾਲਾਤ ਬਣ ਗਏ ਸੀ, ਉਹਦੇ ਹਿਸਾਬ ਨਾਲ ਚੀਜ਼ਾਂ ਬਣਾਉਣ ਲੱਗ ਪਏ ਸੀ. ਅ ਨਿਊ ਸਟਾਈਲ ਆਫ ਆਰਕੀਟੈਕਚਰ ਇਮਰਜਡ. ਇੱਕ ਨਵਾਂ ਸਟਾਈਲ ਦਾ ਆਰਕੀਟੈਕਚਰ ਉੱਭਰ ਕੇ ਆਇਆ ਆਪਣੇ ਸਾਹਮਣੇ. ਇਟ ਵਾਜ਼ ਮੇਡ ਪੋਸੀਬਲ ਬਾਈ ਨਿਊ ਮਟੀਰੀਅਲਸ ਐਂਡ ਕੰਸਟਰਕਸ਼ਨ ਟੈਕਨੀਕਸ. ਹੁਣ ਉੱਥੇ ਲਿਖਿਆ ਸੀ ਨਾ, ਐਕਸਪਲੋਰੇਸ਼ਨ ਆਫ ਲੇਟੈਸਟ ਟੈਕਨੋਲੋਜੀ, ਨਵੀਂ ਟੈਕਨੋਲੋਜੀ, ਲੇਟੈਸਟ ਟੈਕਨੋਲੋਜੀ, ਨਵੇਂ ਮਟੀਰੀਅਲ ਉਸ ਦੇ ਜ਼ਰੀਏ ਬਣਾਉਂਦੇ ਸੀਗੇ. ਐਂਡ ਵਾਜ਼ ਨੋਨ ਐਜ਼ ਮਾਡਰਨਿਜ਼ਮ. ਸੋ ਇਹ ਆ ਗਿਆ ਆਪਣਾ ਨੰਬਰ 30. ਇਸ ਨੂੰ ਕੀ ਆਖਦੇ ਸੀ, ਮਾਡਰਨਿਜ਼ਮ ਆਖਿਆ ਜਾਂਦਾ ਸੀਗਾ. ਜਿਹੜਾ ਆਨਸਰ ਇੱਥੇ ਪਿਆ, ਇੰਟਰੋਡਕਸ਼ਨ ਆਫ ਮਾਡਰਨਿਜ਼ਮ, ਇਹ ਚੀਜ਼ ਆਈ. ਗਾਂ ਜਿਹੜਾ ਨੈਕਸਟ ਆ ਗਿਆ ਨੰਬਰ 31, ਇਹਦਾ ਆ ਜਾਊਗਾ ਇੰਟਰਨੈਸ਼ਨਲ ਸਟਾਈਲ. ਇਹਦੇ ਕਰੈਕਟਰਿਸਟਿਕਸ ਕੀ ਸੀਗੇ, ਜਿਓਮੈਟ੍ਰਿਕ ਫਾਰਮਸ. ਹੁਣ ਇਹਦੀ ਜਿਹੜੀ ਲੋਕੇਸ਼ਨ ਆ ਇਹ ਵੀ ਬੜੀ ਸਿੰਪਲ ਆ. ਉਸ ਤੋਂ ਥੋੜੀ ਅੱਗੇ ਇਹ ਆ ਜਾਣੀ ਹੈ ਜਦੋਂ ਆਪਾਂ ਬਾਈ 1930s ਜਾਵਾਂਗੇ. By 1930s, many buildings emerging from this movement, ਜਿਹੜੀ ਮਾਡਰਨਿਜ਼ਮ ਵਾਲੀ ਮੂਵਮੈਂਟ ਸੀ, ਜੋ ਉਸ ਤੋਂ ਜਿਹੜੀਆਂ ਬਿਲਡਿੰਗਸ 1930 'ਚ ਬਣ ਲੱਗੀਆਂ, ਉਹਦਾ ਡਿਜ਼ਾਈਨ ਕੀ ਸੀਗਾ, ਇੰਟਰਨੈਸ਼ਨਲ ਸਟਾਈਲ. ਯਾਨੀ ਕਿ ਉਹਦੇ ਕਰੈਕਟਰਿਸਟਿਕਸ, ਉਹਦੇ ਫੀਚਰਸ
ਉਹਦੀਆਂ ਪ੍ਰੋਪਰਟੀਜ਼, ਉਹਦੇ ਪਹਿਲੂ, ਉਹਦਾ ਜੋ ਡਿਜ਼ਾਈਨ ਐਲੀਮੈਂਟਸ ਆ ਉਹ ਕੀ ਆ, ਉਹ ਹੈਗਾ ਇੰਟਰਨੈਸ਼ਨਲ ਸਟਾਈਲ। ਇਹ ਸਾਰੇ ਬੜੇ ਸਿੰਪਲ ਆ, ਡੇਟਾ ਸਾਹਮਣੇ ਦਿੱਤੀਆਂ ਆਪਾਂ, ਉਹ ਚੀਜ਼ ਉਵੇਂ ਆਈ ਜਾਣੀ ਹੈ। ਹੁਣ ਆਪਾਂ ਜਾਂਦੇ ਨੈਕਸਟ। ਇਹ ਸੀਗਾ ਆਪਣਾ 31। ਹੁਣ 1960s 'ਚ 1960s 'ਚ ਕੀ ਹੋਇਆ, ਜੋ ਮਾਡਰਨਿਜ਼ਮ ਸੀਗਾ ਉਹ ਡਿਕਲਾਈਨ ਤੇ, ਉਹ ਥੱਲੇ ਵੱਲ ਜਾ ਰਿਹਾ ਸੀਗਾ। ਐਕਸੈਂਟ ਨਹੀਂ ਸੀ, ਡਿਸੈਂਟ ਥੱਲੇ ਜਾ ਰਿਹਾ ਸੀਗਾ ਉਹ। ਪ੍ਰੀ ਫੈਬਰੀਕੇਟਡ ਸੈਕਸ਼ਨਸ, ਫੈਬਰੀਕੇਟ ਹੁੰਦਾ ਬਣਾਉਣਾ, ਪ੍ਰੀ ਫੈਬਰੀਕੇਟ ਵੀ ਪਹਿਲਾਂ ਪਿੱਛੋਂ ਹੀ ਬਣੀਆਂ ਬਣਾਈਆਂ ਚੀਜ਼ਾਂ ਆਉਂਦੀਆਂ ਸੀ, ਸੈਕਸ਼ਨ ਆਉਂਦੇ ਸੀ, ਐਂ ਘਰ ਆਉਂਦੇ ਸੀ, ਰੱਖ ਦਿੰਦੇ ਸੀਗੇ। ਪਰ ਉਹਦੇ ਜਿਹੜੇ ਬਿਲਡਿੰਗ ਦੇ ਜਿਹੜੇ ਸਟਾਈਲ ਸੀ, ਇਹਦੇ ਕਈ ਇਹਦੇ ਆਂਸਰ ਆ ਜਾਣਗੇ। ਇਹਨੂੰ ਜੇ ਆਪਾਂ ਬੈਡਲੀ ਡਿਜ਼ਾਈਨਡ ਵੀ ਉੱਥੇ ਮੈਂ ਤੁਹਾਨੂੰ ਅੰਡਰਲਾਈਨ ਕਰਾ ਦੂੰਗਾ, ਬੈਡਲੀ ਡਿਜ਼ਾਈਨਡ ਆ ਜਾਣਾ ਇਹਦਾ, ਮਲਟੀ ਸਟੋਰੀ ਹਾਊਸਿੰਗ ਆ ਜਾਣਾ, ਇਹ ਸਾਰੇ ਇਹਦੇ ਆਂਸਰ ਆ ਜਾਣੇ। ਇਹ ਚੀਜ਼ਾਂ ਦਾ ਜਿਹੜਾ ਆਂਸਰ ਹੈ ਇਹ ਇੱਧਰ ਆ ਜਾਊਗਾ ਆਪਣਾ, ਜਿਹੜਾ ਆਪਣਾ ਹੈਗਾ ਨੰਬਰ 32 1960s। ਇੱਧਰ ਲੀ ਕੋਰਬੂਜ਼ੇ ਵਾਲੇ ਪਾਸੇ ਆ ਗਿਆ। ਇਨਫਲੂਐਂਸਡ ਬਾਈ ਲੀ ਕੋਰਬੂਜ਼ਰਸ ਆਈਡੀਆਜ਼ ਔਨ ਟਾਊਨ ਪਲੈਨਿੰਗ, ਐਵਰੀ ਲਾਰਜ ਬ੍ਰਿਟਿਸ਼ ਸਿਟੀ, ਜਿਹੜੀ 1960 'ਚ ਲਾਰਜ ਬ੍ਰਿਟਿਸ਼ ਸਿਟੀ ਬਣੀ ਸੀ, ਇਟ ਵਾਜ਼ ਮਲਟੀ ਸਟੋਰੀ ਹਾਊਸਿੰਗ। ਸੋ ਉਹਦੇ ਫੀਚਰ ਹੋ ਗਏ ਮਲਟੀ ਸਟੋਰੀ। ਮਾਸ ਪ੍ਰੋਡਿਊਸ, ਬਹੁਤ ਵੱਡੇ ਲੈਵਲ ਤੇ, ਲੋ ਕੋਸਟ ਹਾਈ ਰਾਈਜ਼ਸ, ਇਹ ਵੀ ਇਹਦਾ ਆਂਸਰ ਆ ਜੂ, ਕੁਛ ਵੀ ਲਿਖੀ ਚੱਲੋ ਇਹ ਆਉਣਾ। ਜਾਂ ਉੱਪਰ ਇੱਥੇ ਲਿਖਿਆ ਵੀ ਬੈਡਲੀ ਡਿਜ਼ਾਈਨਡ ਬਿਲਡਿੰਗ, ਵੀ ਜਿਹੜੀਆਂ ਸਾਰੀਆਂ ਬਿਲਡਿੰਗ ਸੀਗੀਆਂ ਦੇ ਵਰ ਕੁਆਇਟ ਬੈਡਲੀ ਡਿਜ਼ਾਈਨ। ਜਿਸ ਚੀਜ਼ ਨੂੰ ਆਪਾਂ ਥੋੜਾ ਜਿਹਾ ਦੇਖ ਲਈਏ, ਆ ਦੇਖੋ, ਰੀਡਿਸਕਵਰੀ ਆਫ ਕੁੱਕ ਐਂਡ ਈਜ਼ੀ ਟੂ ਹੈਂਡਲ ਰੀਇਨਫੋਰਸਡ ਕੰਕਰੀਟ, ਕੰਕਰੀਟ ਦੇ ਨਾਲ ਬਿਲਡਿੰਗਾਂ ਬਣ ਲੱਗ ਪਈਆਂ। ਇੰਪਰੂਵਡ ਐਬਿਲਿਟੀ ਟੂ ਪ੍ਰੀ ਫੈਬਰੀਕੇਟ ਬਿਲਡਿੰਗ ਸੈਕਸ਼ਨ, ਬਿਲਡਿੰਗ ਸੈਕਸ਼ਨ ਵੀ ਪ੍ਰੀ ਫੈਬਰੀਕੇਟ ਪਹਿਲਾਂ ਹੀ ਬਣ ਕੇ ਆਉਣ ਲੱਗ ਪਏ। ਮੀਨ ਦੈਟ ਬਿਲਡਰਸ ਕੁਡ ਮੀਟ ਬਜਟਸ ਆਫ ਕਮਿਸ਼ਨਿੰਗ ਅਥਾਰਟੀਜ਼, ਜੋ ਕਮਿਸ਼ਨਿੰਗ ਅਥਾਰਟੀ ਹੈ ਜਿਨ੍ਹਾਂ ਨੇ ਆਖਿਆ ਵੀ ਇੰਨੇ 'ਚ ਘਰ ਬਣਾ ਕੇ ਦੇਣੇ, ਇਹਨੂੰ ਮਹਿੰਗੇ ਘਰ ਨਹੀਂ ਬਣਾ ਕੇ ਦੇਣੇ, ਲੋਕਾਂ ਨੂੰ ਖਰੀਦਣੇ ਔਖੇ ਹੋ ਜਾਣਗੇ। ਜਦੋਂ ਪਿੱਛੇ ਚੀਜ਼ਾਂ ਸਸਤੀਆਂ ਆਉਣ ਲੱਗ ਗਈਆਂ, ਬਣਾਉਣ ਲੱਗ ਪਏ। ਬਟ ਦਿਸ led to many badly designed buildings, ਬਿਲਡਿੰਗਾਂ ਦੇ ਡਿਜ਼ਾਈਨ they were badly designed। ਸੋ ਇਹ ਸਾਰਾ ਇਹ ਉਹਦੇ ਵਿੱਚ ਟਾਈ ਅਪ ਹੋ ਜਾਣਾ। ਮਲਟੀ ਸਟੋਰੀ ਹਾਊਸਿੰਗ ਵੀ ਇਹਦਾ ਹੀ ਸੀਗਾ, ਲੋ ਕੋਸਟ ਹਾਈ ਰਾਈਜ਼ਸ ਸੀਗੇ, ਤੇ ਬੈਡਲੀ ਡਿਜ਼ਾਈਨ ਸੀ। ਕੁਛ ਵੀ ਲਿਖ ਲਓ, ਸਾਰੇ ਇਹਦੇ 'ਚ ਉਵੇਂ ਸਹੀ ਆ ਜਾਣਾ। ਗਾਂ ਜੇ ਆਪਾਂ ਗੱਲ ਕਰੀਏ 1970s ਵਾਲੇ ਦੀ, 1970 ਸੀਗਾ ਬਿਗਨਿੰਗ ਆਫ ਹਾਈ ਟੈਕ ਐਰਾ। ਮੈਟਲ ਤੇ ਗਲਾਸ ਦੀਆਂ ਚੀਜ਼ਾਂ ਸੀ, ਸੋਫਿਸਟੀਕੇਟਡ ਟੈਕਨੀਕਸ ਪਰੇਡ ਕਰਨ ਦਾ ਸ਼ੋਅ ਕਰਨਾ ਵੀ ਬੜੀਆਂ ਸੋਫਿਸਟੀਕੇਟਡ, ਬੜੀਆਂ ਕੰਪਲੈਕਸ ਇਹ ਟੈਕਨੀਕਸ ਇਹਦੇ ਵਿੱਚ ਇਹ ਵਰਤਦੇ ਸੀਗੇ। ਇਹ ਚੀਜ਼ ਆਪਾਂ 1970s ਵਾਲੇ 'ਚ ਇੱਧਰ ਚਲੇ ਜਾਵਾਂਗੇ। ਇੱਧਰ ਆ ਗਿਆ, ਦੇਖੋ ਬਾਈ 1970s ਵਾਲੀ ਦੀ ਇੱਥੇ ਗੱਲ ਹੋਈ ਹੈ। ਦ ਆਰਕੀਟੈਕਚਰਲ ਸਟਾਈਲ ਯੂਜਲੀ ਰੈਫਰ ਟੂ ਐਜ਼ ਹਾਈ ਟੈਕ ਵਾਜ਼ ਆਲਸੋ ਐਮਰਜਿੰਗ। ਸੋ ਕਿਹੜਾ ਸਟਾਈਲ, ਦੇਖੋ ਸਟਾਈਲ ਆਫ ਪੀਰੀਅਡ, ਕਿਹੜਾ ਸਟਾਈਲ ਆਇਆ ਹਾਈ ਟੈਕ। ਹਾਈ ਟੈਕ ਇੱਥੇ ਇਮਰਜ ਹੋਇਆ, ਜਿਵੇਂ ਇਹ ਚੀਜ਼ ਆਪਾਂ ਇੱਥੇ ਐਂਟਰ ਕਰ ਰੱਖੀ ਹੈ। ਆਰਕੀਟੈਕਚਰ ਸਟਾਈਲ ਯੂਜਲੀ ਰੈਫਰ ਟੂ ਐਜ਼ ਹਾਈ ਟੈਕ ਵਾਜ਼ ਐਮਰਜਿੰਗ, ਇਸ ਕਿਸਮ ਦਾ ਆਰਕੀਟੈਕਚਰ ਸਟਾਈਲ ਸਾਹਮਣੇ ਆਇਆ। ਹੁਣ ਜਿਹੜਾ 1980s ਆ ਲਾਸਟ ਆ ਗਿਆ, ਜਿਹੜਾ ਪੋਸਟ ਮਾਡਰਨਿਜ਼ਮ। ਜਿਹੜੀ ਇਹ ਚੀਜ਼ ਆ ਗਈ ਪੋਸਟ ਮਾਡਰਨਿਜ਼ਮ ਵਾਲੀ, ਇਹਦੇ ਵਿੱਚ ਆ ਜਾਣਾ ਕੋ ਐਗਜ਼ਿਸਟੈਂਸ ਆਫ ਡਿਫਰੈਂਟ ਸਟਾਈਲਸ। ਉਹ ਚੀਜ਼ ਇੱਥੇ ਲਿਖੀ ਪਈ ਆ ਗਈ, ਸੈਕੰਡ ਲਾਸਟ ਪੈਰਾਗ੍ਰਾਫ 'ਚ ਆ ਜਾਣੀ ਹੈ। ਬਾਈ 1980s ਕੋ ਐਗਜ਼ਿਸਟੈਂਸ ਆਫ ਡਿਫਰੈਂਟ ਸਟਾਈਲਸ ਆਫ ਆਰਕੀਟੈਕਚਰ, ਵੀ ਉਦੋਂ ਦਾ ਕਰੈਕਟਰਿਸਟਿਕ ਸੀ, ਕੋਈ ਆਰਕੀਟੈਕਚਰ ਦਾ ਕੋਈ ਇੱਕ ਖਾਸ ਕਿਸਮ ਦਾ ਆਰਕੀਟੈਕਚਰ ਨਹੀਂ ਸੀ, ਅੱਡੋ ਅੱਡ ਕਿਸਮ ਦੇ ਜਿਹੜੇ ਆਰਕੀਟੈਕਟ ਸੀਗੇ ਦੇ ਕੋ ਐਗਜ਼ਿਸਟਡ, ਉਹ ਆਪਸ 'ਚ ਉਹ ਉਵੇਂ ਦੇ ਇੱਕੋ ਤਰ੍ਹਾਂ ਦੇ ਉਹਨਾਂ ਨੇ ਆਰਕੀਟੈਕਟ ਡਿਜ਼ਾਈਨ ਉੱਥੇ ਚੱਲਦੇ ਸੀਗੇ। ਸੋ ਇਹਦਾ ਆ ਜਾਓ ਕੋ ਐਗਜ਼ਿਸਟੈਂਸ ਆਫ ਡਿਫਰੈਂਟ ਸਟਾਈਲਸ। ਹੁਣ ਇਸ ਤੋਂ ਅੱਗੇ ਜਦੋਂ ਆਪਾਂ ਜਾਂਦੇ ਹਾਂ ਲਾਸਟ ਵਾਲੇ ਜਿਹੜੇ ਆਪਣੇ ਆ ਗਏ, ਨੰਬਰ 36, ਇਹਦਾ ਆ ਜਾਊਗਾ ਜੀ, ਅ ਰੈਪਿਡ ਮੂਵਮੈਂਟ। ਰੈਪਿਡ ਅਗੇਨ ਜਿਹੜੀ ਤੇਜ਼ ਮੂਵਮੈਂਟ, ਯਾਨੀ ਕਿ ਇਨਫਲਕਸ ਹੋਇਆ, ਮਾਈਗ੍ਰੇਸ਼ਨ ਹੋਈ ਰੂਰਲ ਏਰੀਆਜ਼ ਟੂ ਸਿਟੀਜ਼, ਨੋਰਮਲ ਗੱਲ ਆ, ਮੂਵਮੈਂਟ ਆਫ ਪੀਪਲ, ਇਨਫਲਕਸ ਆਫ ਪੀਪਲ, ਰੀਲੋਕੇਟ ਹੋ ਗਏ, ਮਾਈਗ੍ਰੇਟ ਹੋ ਗਏ। ਟ੍ਰਿਗਰਡ ਬਾਈ ਟੈਕਨੋਲੋਜੀਕਲ ਐਡਵਾਂਸ, ਟ੍ਰਿਗਰਡ ਦਾ ਮਤਲਬ ਹੁੰਦਾ ਵੀ ਜਿਹੜੀ ਮੂਵਮੈਂਟ ਹੋਈ ਲੋਕਾਂ ਦੀ ਪਿੰਡਾਂ ਤੋਂ ਸ਼ਹਿਰਾਂ 'ਚ, ਇਟ ਵਾਜ਼ ਕਾਜ਼ਡ ਬਾਈ, ਇਟ ਵਾਜ਼ ਲੈਟਸ ਸੇ
people were motivated to move to cities, तो शहरों च क्यों आए? It was triggered, it was prompted by, इसका कारण की बने? ਇਹਦਾ ਕਾਰਨ ਬਣਿਆ ਟੈਕਨੋਲੋਜੀਕਲ ਐਡਵਾਂਸ। ਆਨਸਰ ਆ ਜਾਓ ਜੀ, ਪਾਰਟ ਆਫ ਸਿਟੀਜ਼ ਬਿਕੇਮ ਸਲਮਸ। ਫਿਰ ਕੁਝ ਜਗ੍ਹਾ ਤੇ ਫਿਰ ਸਲਮਸ ਬਣ ਗਏ, ਇੰਨੇ ਲੋਕ ਆ ਗਏ ਉੱਥੇ। ਇਹ ਚੀਜ਼ ਇੱਧਰ ਆ ਜਾਣੀ ਹੈ, ਨੰਬਰ 36 ਹੈ, ਦੇਖੋ। Such rapid and uncontrolled growth help to turn parts of cities into slums। Rapid growth हुई population ਦੀ, ਉਹਦੇ ਕਰਕੇ slums convert ਹੋ ਗਏ, they turned into slums। यानी कि ਇਹਨੂੰ ਥੋੜਾ ਜਿਹਾ ਹੋਰ ਕਰਨਾ ਵੀ living conditions deteriorate ਹੋ ਗਏ, quality of life डिक्लाइन कर गई, लिविंग स्टैंडर्ड लाइफ स्टैंडर्ड ਜਿਹੜਾ ਹੈਗਾ ਉਹ डिटेरोरेट हो गया, डिग्रेड हो गया, घट गया ਉਹ। ਨੈਕਸਟ ਜਦੋਂ ਆਪਾਂ ਜਾਂਦੇ ਹਾਂ ਨੰਬਰ 37, ਇਸ ਦਾ ਆ ਜਾਊਗਾ F। ਬਿਲਡਿੰਗਸ ਬਿਕਮ ਸਿੰਪਲ ਐਂਡ ਫੰਕਸ਼ਨਲ। ਸਿੰਪਲ ਆ, ਡੈਕੋਰੇਟਿਵ ਨਹੀਂ ਗਏ, ਜ਼ਿਆਦਾ ਐਸਥੈਟਿਕਲੀ ਪਲੀਜ਼ਿੰਗ ਨਹੀਂ ਹੈ, ਯਾਨੀ ਕਿ ਦੇ ਆਰ ਨਾਟ ਐम्बैरेस्ड, ਇੰਨੀਆਂ ਸੋਹਣੀਆਂ ਨਹੀਂ, ਸਜਾਈਆਂ ਨਹੀਂ ਹੋਊਗਾ। फंक्शनल है, प्रैक्टिकल है, यूटिलिटी कंसैप्ट वाले पासे वध ध्यान दिता गया, ना कि ऑर्नामेंटेशन वाले पासे, ना कि दिखावे वाले पासे। इस दा जन F वही डेकोरेशन इज रिमूव्ड। इस जी लोकेशन है नंबर 37 की, इधर बाय 1930s वाले पैराग्राफ च आ जानी है, आ चीज इत्थे आएगा। These were stripped of unnecessary decoration। स्ट्रिप ऑफ यानी कि स्ट्रिप होना, स्ट्रिप डाउन कर देना, फड़ के पट देना है, छिल देना। अननैसेसरी डेकोरेशन बेलोड़ी, इररेलेवेंट, रिडंडेंट, यूजलैस। वो जो डेकोरेशन सी, जो एस्थेटिक फीचर सी उन्होंने, जो ऑर्नामेंटेशन सी, वो हटाती। दैट वुड डिट्रैक्ट फ्रॉम द प्राइमरी परपस टू बी यूज्ड और लिव्ड इन। कि कोई भी एवं की डेकोरेशन जी अपन डिस्ट्रैक्ट करूगी, सिर्फ तो सिर्फ उन्होंने ध्यान कोई चीज़ उन्होंने डिस्टर्ब ना करे, डिस्ट्रैक्ट ना करे, डिट्रैक्ट ना करे, सारा ध्यान रहने वाले पासे होवे करे, प्रैक्टिकल परपस यूटिलिटी वाले पासे उन्होंने वो ध्यान चला गया। नैक्सट आ गया जो नंबर जो 38 है, ये आ जाऊगा H। इकनॉमिक डिप्रैशन एंड सैकेंड वर्ल्ड वार हिट यूरोप। नाले तो दूजी विश्व युद्ध शुरू हो गया, उस तो पहला आर्थिकता बड़ी कमज़ोर हो गई सी यूरोप की, इकनॉमिक डिप्रैशन आ गई सी, इकोनॉमी थले चली गई, डिप्रैशन सुंगड़ गई सी, थले चली गई सी। मॉडर्न आइडियाज कैनॉट बी पुट इनटू प्रैक्टिस। सो पैसे की कमी आ गई, दूजा विश्व युद्ध लग पे, उस करके जो मॉडर्निस्ट के जो आइडिया सी, जो इन्हों के कंसैप्ट सी, वो रियलाइज नहीं हो सके, वो उन्होंने प्रैक्टिकल अमली जामा नहीं पहनाया जा सके, और सिर्फ थ्योरी रह गई। इस चीज़ की लोकेशन है नंबर 38 की, इधर चले जावांगे आप अनफॉर्चुनेटली अड़तोतले पैराग्राफ च। आ देखो, इकनॉमिक डिप्रैशन ऑफ 1930s। पहला तो इकनॉमिक डिप्रैशन आई, आर्थिकता कमज़ोर हुई, उस तो बाद दूजा विश्व चल पिया। प्रिवेंटेड देयर आइडियाज फ्रॉम बीइंग वाइडली रियलाइज्ड। आज रियलाइज्ड लिखा पिया वर्ड आह। प्रिवेंटेड देयर आइडियाज फ्रॉम बीइंग वाइडली रियलाइज्ड। ओह एक तो उनका रियलाइज एहसास होना, मैं कहा भी आई रियलाइज, आई एक्नॉलेज, आई अंडरस्टैंड, मैं समझदा। एक होंदा when your dream is realized, जो सुपना सच हो गया थोड़ा। सो उवें इन्हां दे आइडियाज they were not realized until economic conditions improved and war torn cities had been। जिन्ना चिर आर्थिकता सही नहीं हुई, उन्ना चिर चीज़ बन नहीं सकी। ये 1950 के मिड 20th सेंचुरी जिवें उत्थे लिखा, उदों जाके ये चीज़ों का सारा सही होया काम है ना। अंटिल सैकेंड हाफ ऑफ 20th सेंचुरी, सैकेंड हाफ 1950 तो बाद वो चीज़ां उत्थे लिखियां पईयां। नंबर 39 इसका आ जाना C। मल्टी स्टोरी हाउसिंग एस्टेट्स आर बिल्ट अकॉर्डिंग टू कंटैंपरेरी आइडियाज ऑन टाउन प्लैनिंग। मल्टी स्टोरी हाउसिंग एस्टेट्स भी बहु मंजिलियां इमारतां दियां जिहड़ियां कलोनियां बनाईयां अकॉर्डिंग टू कंटैंपरेरी आइडियाज ऑन टाउन प्लैनिंग। उस वेले जो आइडियाज चलते सीगे भी हाँ यार एवें एवें दे शहर होने चाहिए, वो चीज़ां बणीआं। बट उस तो बाद C, a number of these have been knocked down। knock down का मतलब होंदा भी ढा देना, collapse मतलब collapse होना तो चीज़ आप ढाएगी भी डिस्ट्रॉय करते हैं, राइट। उन्होंने they were raised down, बहुत सारियां ढा देना। इस जी लोकेशन है इधर आ जानी है, इन्फ्लुएंस्ड बाय वाली आ जाऊगी। आ देखो वैसे
Mass produced, low cost, high rises seemed one solution. है ना, आ चीज आ गई। बनाउण लग पे हो। But far from meeting human needs, the new states often proved to be windswept deserts, lacking essential social facilities and services. Windswept deserts ਵੀ ਐ ਖਾਲੀ ਪੰਗਾ ਸੀ, ਜਿਵੇਂ ਬਸ ਉੱਤੇ ਹਨੇਰੀ ਚੱਲੀ ਜਾਂਦੀ ਹੈ, ਕਹਿਣ ਦਾ ਭਾਵ ਵੀ ਬਸ ਕੋਈ ਉੱਥੇ ਰਹਿ ਨਹੀਂ ਕਰ ਰਿਹਾ। Many of these buildings were poorly designed, ਡਿਜ਼ਾਈਨ ਨਹੀਂ ਚੰਗੇ ਸੀ, ਐਂਡ ਹੈਵ ਬੀਨ ਡੈਮੋਲਿਸ਼ਡ, ਡੈਮੋਲਿਸ਼ ਹੋਈ ਨੌਕ ਡਾਊਨ, ਢਾਹ ਤੀਆਂ, ਉਹ ਡਿਸਟਰੋਏ ਕਰ ਦਿੱਤੀਆਂ ਗਈਆਂ। ਨੈਕਸਟ ਜਿਹੜਾ ਆ ਗਿਆ ਆਪਣਾ ਨੰਬਰ 40, ਇਸ ਦਾ ਆ ਜਾਊਗਾ ਡੀ। ਲੈਸ ਲੈਂਡ ਮਸਟ ਬੀ ਯੂਜ਼ਡ ਫॉर ਬਿਲਡਿੰਗ, ਲਾਈਟ ਸਟ੍ਰੀਮ ਫਰੇਮਸ ਆਰ ਲਿਫਟਸ ਆਰ ਡਿਵੈਲਪਡ। ਵੀ ਜਦੋਂ ਆਇਆ ਵੀ ਯਾਰ, ਵੀ ਜਦੋਂ ਬਿਲਡਿੰਗ ਬਣਾ ਰਹੇ ਆ, ਵੀ ਦੇਖੋ ਬਿਲਡਿੰਗ ਬਣਦੀ ਹੈ, ਬਿਲਡਿੰਗ ਦੇ ਆਲੇ ਦੁਆਲੇ ਵੀ ਕਿੰਨਾ ਉੱਥੇ ਹੋਰ ਕੋਈ ਕੰਕਰੀਟ ਮਿਕਸ ਕਰੀ ਜਾਂਦਾ, ਕੋਈ ਹੋਰ ਕਰੇਨ ਖੜੀ ਆ, ਕੋਈ ਹੋਰ ਉੱਥੇ ਸੰਦ ਪਏ ਆ, ਮਿੱਟੀ ਪਈ ਆ, ਬੱਜਰੀ ਪਈ ਆ, ਬਰੇਤੀ ਪਈ ਆ, ਹੋਰ ਸਰੀਆ ਪਿਆ, ਕਿੰਨਾ ਥਾਂ ਰੁਕ ਜਾਂਦਾ। ਸੋ ਜਦੋਂ ਇਹ ਆਇਆ ਵੀ ਆਪਾਂ ਘੱਟ ਲੈਂਡ ਯੂਜ਼ ਕਰਨਾ, ਉਦੋਂ ਫਿਰ ਇਹਨਾਂ ਨੇ ਕੀ ਕੀਤਾ, ਲਾਈਟ ਸਟੀਲ ਫਰੇਮਸ ਬਣਾਏ ਤੇ ਹੋਰ ਲਿਫਟਾਂ ਵਗੈਰਾ ਬਣਾਈਆਂ। ਇਹਦੀ ਵੀ ਲੋਕੇਸ਼ਨ ਹੈ ਲਾਸਟ ਤੇ ਆ ਜਾਣੀ ਹੈ, ਮੇਰੇ ਖਿਆਲ ਲਾਸਟ ਪੈਰਾਗ੍ਰਾਫ 'ਚ ਆ ਜਾਣੀ ਹੈ। ਆਹ ਤਾਂ ਵੈਸੇ ਗੱਲਾਂ 20ਵੀਂ ਸਦੀ ਦਾ ਆਰਕੀਟੈਕਚਰ ਯਾਦ ਰੱਖਿਆ ਜਾਊਗਾ ਉੱਚੀਆਂ ਇਮਾਰਤਾਂ ਵਾਸਤੇ ਕਿਵੇਂ ਬਣੀਆਂ। ਡਿਵੈਲਪਮੈਂਟ ਆਫ ਲਾਈਟ ਸਟੀਲ ਫਰੇਮਸ, ਜਿਹੜੇ ਫਰੇਮ ਆ ਉਹ ਸਾਰੇ ਸਟੀਲ ਦੇ, ਜਿਹਦੇ ਵਿੱਚ ਸਾਰੀ ਬਿਲਡਿੰਗ ਬਣ ਜਾਂਦੀ ਹੈ। ਜੋ ਬਾਹਲਾ ਭਾਰੀ ਹੋਊਗਾ ਤਾਂ ਬਿਲਡਿੰਗ ਢਹਿ ਜੂਗੀ, ਆਪ ਹੀ ਡਿੱਗ ਪਊਗੀ। ਇੱਕ ਤਾਂ ਉਹ ਲਿਫਟਸ ਵੀ ਆ ਗਈਆਂ। ਦੇ originated in US over a century ago to help meet demand for more economical use of land. More economical use of land, ਥੋੜਾ ਜਿਹਾ ਉੱਥੇ ਮੈਂ ਥੋੜਾ ਜਿਹਾ ਗਲਤ ਸਮਝਾ ਗਿਆ। more economical use of land ਆ ਗਿਆ ਵੀ ਜਿਹੜਾ ਲੈਂਡ ਹੈ ਉਹਨੂੰ ਹਾਲ ਬਰਾਨ ਨਾ ਕਰੋ। ਇਹ ਨਹੀਂਗਾ ਵੀ ਉਸਨੂੰ ਤੁਸੀਂ ਐਂ ਵੀ ਇੱਥੇ ਐਡਾ ਪਾਰਕ ਬਣਾਤਾ, ਇੱਥੇ ਐਡੇ ਐਡੇ ਘਰ ਬਣਾਤੇ, ਐ ਨਹੀਂ। ਡਿਮਾਂਡ ਸੀਗੀ ਵੀ ਲੈਂਡ ਘਟਦਾ ਜਾ ਰਿਹਾ, ਜਿਵੇਂ ਆਪਾਂ ਦੇਖਿਆ ਵੀ ਸ਼ਹਿਰਾਂ ਦੇ ਵਿੱਚ ਲੋਕ ਸ਼ਿਫਟ ਹੋ ਰਹੇ ਸੀ ਡਿਊ ਟੂ ਟੈਕਨੋਲੋਜੀਕਲ ਐਡਵਾਂਸਮੈਂਟਸ। ਸੋ ਇਕਨੋਮਿਕਲ ਯੂਜ਼, ਵੀ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਯੂਜ਼ ਕਰੋ, ਵੀ ਘੱਟ ਥਾਂ 'ਤੇ ਵੱਧ ਬੰਦਿਆਂ ਨੂੰ ਤੁਸੀਂ ਰੱਖੋ। ਉਹ ਫਿਰ ਉਹਦੇ ਵਾਸਤੇ ਕੀ ਹੋਇਆ, ਲਾਈਟ ਸਟੀਲ ਫਰੇਮ ਬਣੇ ਤੇ ਲਿਫਟ ਬਣੀ ਹੋਈ। 30 ਮੰਜ਼ਿਲਾਂ ਇਮਾਰਤਾਂ ਜੇ ਲਿਫਟਾਂ ਨਾ ਬਣਨਗੀਆਂ, ਪੌੜੀਆਂ 'ਤੇ ਚੜ੍ਹ ਕੇ ਜਾਣਾ, ਤਾਂ ਹਰ ਬੰਦਾ ਉੱਥੇ ਰਹੂਗਾ ਨਹੀਂ, ਲਿਫਟ ਕਰਕੇ ਰਹਿ ਲੂਗਾ। ਸੋ ਦਿਸ ਵਾਜ਼ ਕੈਂਬਰਿਜ 1 ਟੈਸਟ 1 ਦਾ ਸੀਗਾ ਇਹ ਪੈਸੇ।